ਝੋਨੇ ਦੀ ਫਸਲ ਵੱਢਣ ਤੋਂ ਬਾਅਦ ਸਭ ਤੋਂ ਵੱਡੀ ਸਮੱਸਿਆ ਪਰਾਲੀ ਦੀ ਆਉਂਦੀ ਹੈ। ਸਰਕਾਰ ਲਗਾਤਾਰ ਕਿਸਾਨਾਂ ਨੂੰ ਕਹਿ ਰਹੀ ਹੈ ਕਿ ਪਰਾਲੀ ਨੂੰ ਅੱਗ ਨਾ ਲਾਈ ਜਾਵੇ, ਪਰ ਕਿਸਾਨ ਲਗਾਤਾਰ ਕਹਿ ਰਹੇ ਨੇ ਕਿ ਸਾਡੀਆਂ ਮਜਬੂਰੀਆਂ ਨੇ, ਸਾਨੂੰ ਕੋਈ ਪੁਖਤਾ ਪ੍ਰਬੰਧ ਕਰਕੇ ਦਿੱਤੇ ਜਾਣ ਤਾਂ ਜਿਸ ਤੋਂ ਬਾਅਦ ਅਸੀਂ ਪਰਾਲੀ ਨੂੰ ਅੱਗ ਨਾ ਲਾਈਏ। ਇਸ ਵਕਤ ਅਸੀਂ ਸੰਗਰੂਰ ਦੇ ਪਿੰਡ ਭਟਾਲ ਕਲਾਂ ਵਿਖੇ ਮੌਜੂਦ ਹਾਂ, ਜਿੱਥੇ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਿਛਲੀ 18 ਤਰੀਕ ਨੂੰ ਆ ਕੇ ਇੱਕ ਬਾਇਓਗੈਸ ਪਲਾਂਟ ਦਾ ਉਦਘਾਟਨ ਕੀਤਾ ਸੀ, ਜੋ ਕਿ ਏਸ਼ੀਆ ਦਾ ਸਭ ਤੋਂ ਵੱਡਾ ਬਾਇਓਗੈਸ ਪਲਾਂਟ ਉਹਨਾਂ ਵੱਲੋਂ ਦੱਸਿਆ ਗਿਆ ਸੀ। ਮੁੱਖ ਮੰਤਰੀ ਨੇ ਜਾਣਕਾਰੀ ਦਿੱਤੀ ਸੀ ਕਿ 30 ਕਿਲੋਮੀਟਰ ਦੇ ਲਗਭਗ ਪਿੰਡਾਂ ਦੇ ਵਿੱਚ ਇਹ ਜਿਹੜਾ ਬਾਇਓਗੈਸ ਪਲਾਂਟ ਆ ਪਰਾਲੀ ਚੱਕੇਗਾ ਤੇ ਇਸ ਇਲਾਕੇ ਦੇ ਕਿਸੇ ਵੀ ਕਿਸਾਨ ਨੂੰ ਪਰਾਲੀ ਨੂੰ ਅੱਗ ਲਗਾਉਣ ਦੀ ਜ਼ਰੂਰਤ ਨਹੀਂ ਪਵੇਗੀ। ਅੱਜ ਪਰਾਲੀ ਦੀ ਬਹੁਤ ਵੱਡੀ ਸਮੱਸਿਆ ਜਿਹੜੀ ਹੈ ਸਾਡੇ ਸਾਹਮਣੇ, ਉਹਦਾ ਇੱਕ ਸ਼ਾਨਦਾਰ ਹੱਲ ਜਿਹੜਾ ਹੈ ਬਰਵੀਓ ਕੰਪਨੀ ਜਿਹੜੀ ਹੈ ਉਹ ਗੈਸ ਬਣਾ ਰਹੀ ਹੈ। 45,000 ਏਕੜ ਲਹਿਰਗਾਗੇ ਦੇ ਇਲਾਕੇ ਦਾ ਜਿਹੜਾ ਪਰਾਲੀ ਹੈ ਉਹਨੂੰ ਇਹ ਗੈਸ ਦੇ ਵਿੱਚ ਬਦਲਣਗੇ, ਖਾਦ ਦੇ ਵਿੱਚ ਬਦਲਣਗੇ। ਸੋ ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ, ਗੁਰੂ ਨਾਨਕ ਸਾਹਿਬ ਦੇ ਜੋ ਇਹ ਬਚਨ ਨੇ ਉਹਨਾਂ ਚੋਂ ਤਿੰਨੇ ਦਰਜੇ ਜੇ ਅਸੀਂ ਕਾਇਮ ਰੱਖ ਸਕੀਏ ਤਾਂ ਸਾਡੇ ਤੋਂ ਕਿਸਮਤ ਵਾਲਾ ਕੋਈ ਹੋਰ ਨਹੀਂ। ਪਰ ਅਸੀਂ ਪਿੰਡ ਭਟਾਲ ਕਲਾਂ ਦੇ ਵਿੱਚ ਹੀ ਮੌਜੂਦ ਹਾਂ, ਜਿਸ ਜਗ੍ਹਾ ਦੇ ਉੱਪਰ ਫੈਕਟਰੀ ਬਣੀ ਹੈ। ਤੁਹਾਨੂੰ ਪਿੱਛੇ ਤਸਵੀਰਾਂ ਵੀ ਦਿਖਾਉਣੀਆਂ ਚਾਹਾਂਗੇ ਕਿ ਸਾਹਮਣੇ ਤੁਹਾਨੂੰ ਫੈਕਟਰੀ ਦੀਆਂ ਤਸਵੀਰਾਂ ਨਜ਼ਰ ਆ ਰਹੀਆਂ ਹੋਣੀਆਂ। ਤਕਰੀਬਨ ਇੱਥੋਂ 200 ਮੀਟਰ ਦੇ ਉੱਪਰ ਜਿਹੜੇ ਤੁਹਾਨੂੰ ਫੈਕਟਰੀ ਦੇ ਵੱਡੇ ਵੱਡੇ ਬੋਇਲਰ ਨੇ ਦਿਖਾਈ ਦੇ ਰਹੇ ਹੋਣੇ, ਪਰ ਦੂਜੇ ਪਾਸੇ ਤੁਹਾਨੂੰ ਤਸਵੀਰਾਂ ਕਿਸਾਨਾਂ ਦੇ ਖੇਤਾਂ ਦੀਆਂ ਦਿਖਾਵਾਂਗੇ ਕਿ ਕਿਸਾਨ ਆਪਣੇ ਖੇਤ ਦੇ ਵਿੱਚ ਪਰਾਲੀ ਨੂੰ ਅੱਗ ਲਗਾਉਣ ਦੇ ਲਈ ਮਜਬੂਰ ਹੋਏ ਨੇ। ਕੀ ਕਾਰਨ ਨੇ, ਕਿਉਂ ਕਿਸਾਨਾਂ ਨੂੰ ਆਪਣੇ ਖੇਤਾਂ ਦੇ ਵਿੱਚ ਪਰਾਲੀ ਨੂੰ ਅੱਗ ਲਗਾਉਣੀ ਪੈ ਰਹੀ ਹੈ, ਸਾਰੀ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ, ਕਿਉਂਕਿ ਕਿਸਾਨਾਂ ਦੇ ਵੱਲੋਂ ਪਿਛਲੇ ਦਿਨੀ ਜਿਹੜਾ ਇੱਕ ਲੰਬਾ ਸੰਘਰਸ਼ ਵੀ ਚੱਲਿਆ ਸੀ, ਉੱਥੇ ਵੀ ਇਹਨਾਂ ਦੀ ਇਹੀ ਮੰਗ ਰੱਖੀ ਗਈ ਸੀ ਕਿ ਅਸੀਂ ਆਪਣੇ ਖੇਤਾਂ ਦੇ ਵਿੱਚ ਅੱਗ ਨਾ ਲਗਾਈਏ, ਸਾਨੂੰ ਸਰਕਾਰ ਦੇ ਵੱਲੋਂ ਕੋਈ ਪੁਖਤਾ ਪ੍ਰਬੰਧ ਹੋਣੇ ਚਾਹੀਦੇ ਨੇ। ਪਰ ਕੁਲਦੀਪ ਸਿੰਘ ਧਾਲੀਵਾਲ ਖੇਤੀਬਾੜੀ ਮੰਤਰੀ ਨੇ ਇੱਕ ਗੱਲ ਕਹੀ ਸੀ ਕਿ ਕਿਸਾਨ ਅਗਰ ਆਪਣੇ ਖੇਤਾਂ ਦੇ ਵਿੱਚ ਅੱਗ ਲਗਾਉਣਗੇ ਸਾਡੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਊਗੀ। ਕੀ ਨਾਮ ਆ ਭਾਜੀ ਤੁਹਾਡਾ? ਜੀ ਲਖਵਿੰਦਰ ਸਿੰਘ ਜੀ। ਕਿਵੇਂ ਦੇਖਦੇ ਹੋ, ਤੁਹਾਡਾ ਪਿੰਡ ਕਿਹੜਾ ਪਹਿਲਾਂ ਮੈਨੂੰ ਇਹ ਦੱਸੋ? ਭਟਾਲ ਕਲਾਂ ਜੀ। ਜਿਹੜੀ ਫੈਕਟਰੀ ਆ ਸਾਹਮਣੇ ਤੁਹਾਡੇ ਤੋਂ ਕਿੰਨੀ ਦੂਰੀ ਤੇ ਆ? ਸਾਰੀ 200 ਮੀਟਰ ਤੇ ਹੈ ਜੀ। ਪਰ ਤੁਸੀਂ ਆਪਣੇ ਖੇਤਾਂ ਦੇ ਵਿੱਚ ਪਰਾਲੀ ਨੂੰ ਅੱਗ ਲਗਾ ਰਹੇ ਹੋ, ਕੀ ਮਜਬੂਰੀਆਂ ਨੇ, ਕੀ ਕਾਰਨ ਨੇ? ਇਹਨਾਂ ਨੂੰ ਫੋਨ ਕਰਿਆ ਸੀ 3-4 ਦਿਨ ਹੋ ਗਏ, ਹਲੇ ਰੋਜ਼ ਕਹਿ ਦਿੰਦੇ ਨੇ ਵੀ 2-3 ਦਿਨ ਖੜ ਜਾਓ ਵੀ ਫੇਰ ਲੈ ਕੇ ਜਾਵਾਂਗੇ। ਥੋੜਾ ਜਿਹਾ ਇੱਧਰ ਆ ਜਾਓ, ਆਪਾਂ ਨੂੰ ਸੇਕ ਲੱਗ ਰਿਹਾ ਜ਼ਿਆਦਾ, ਆਪਾਂ ਤੋਂ ਫਿਰ ਖੜੇ ਨਹੀਂ ਜਾਣਾ। ਇੱਥੇ ਆ ਕੇ ਦੱਸੋ ਕਿ ਕੀ ਤੁਸੀਂ ਇਸ ਪਿੰਡ ਦੀ ਗੱਲ ਕਰੀਏ ਤਾਂ ਤੁਹਾਡੇ ਪਿੰਡ ਦੇ ਕਿੰਨੇ ਕੁ ਕਿਸਾਨ ਨੇ ਤੇ ਕਿੰਨੀ ਕੁ ਜ਼ਿਆਦਾ ਇਹਨਾਂ ਨੇ ਇੱਥੋਂ ਪਰਾਲੀ ਚੱਕੀ ਆ? ਉਰਾਂ ਤੋਂ ਵੱਧ ਜੀ ਸਾਰੀ ਆਪਣਾ 50 ਕਿੱਲਿਆਂ ਦੀ ਚੱਕੀ ਹੋਣੀ ਹੈ ਰੋਡ ਦੇ ਉੱਪਰੋਂ। ਬਾਕੀ ਸਾਰੇ ਕਿਸਾਨਾਂ ਨੇ ਅੱਕ ਕੇ ਅੱਗ ਲਾਈ ਹੈਗੀ। ਬਾਕੀ ਇਹ ਕਹਿ ਰਹੇ ਨੇ ਵੀ 2 ਦਿਨ ਖੜ ਜਾਓ, 2 ਦਿਨਾਂ 'ਚ ਸਾਡੀ ਰੌਣੀ ਵੀ ਚੜੂਗੀ, ਅਸੀਂ ਕਣਕ ਵੀ ਬੀਜਣੀ ਹੈਗੀ। ਜਿਹੜੀਆਂ ਇਹਨਾਂ ਦੀਆਂ ਟਰਾਲੀਆਂ ਨੇ, ਟਰਾਲੀਆਂ 'ਚ ਵਜਨ ਇਹ ਹੱਦੋਂ ਵੱਧ ਪਾਉਂਦੇ ਨੇ। 300 ਪੌਣੇ 300 ਮਣ ਵਜਨ ਦਾ ਗੱਠਾਂ ਦਾ ਹੋ ਜਾਂਦਾ। 25 ਕੁਆਂਟਲ ਦੀ ਨੇ ਟਰਾਲੀ, 300 ਵਜਨ ਪਾ ਕੇ ਆਪਣਾ ਬਾਣ ਵਿੱਚ ਦੀ ਜਿੱਥੇ ਟੱਪਦੀ ਹੈ ਗਿੱਠ ਵਿੱਚ ਬਹਿੰਦੀ ਜਾਂਦੀ ਹੈਗੀ। ਗੱਲ ਕਰੀਏ ਤੁਸੀਂ ਬਾਇਓਗੈਸ ਪਲਾਂਟ ਦੇ ਮੈਨੇਜਰ ਜਾਂ ਕਿਸੇ ਅਧਿਕਾਰੀ ਨਾਲ ਗੱਲ ਕਰੀਏ ਕਿ ਤੁਸੀਂ ਸਾਡੇ ਬਿਲਕੁਲ ਗਵਾਂਢ ਦੇ ਵਿੱਚੋਂ ਸਾਡੇ ਪਿੰਡ 'ਚ ਬਾਇਓਗੈਸ ਪਲਾਂਟ ਆ, ਸਾਡੇ ਖੇਤਾਂ 'ਚੋਂ ਪਰਾਲੀ ਚੱਕੋ। ਕਰਿਆ ਤੀ ਅਸੀਂ ਕੱਲ ਫੋਨ ਜੀ। ਹਾਂਜੀ, ਉਹ ਕਹਿੰਦੇ ਵੀ 2 ਦਿਨ ਖੜ ਜਾਓ ਜੀ। 2 ਦਿਨ ਖੜਾਂਗੇ, 2 ਦਿਨਾਂ 'ਚ ਸਾਡੀ ਰੌਣੀ ਚੜਨ ਲੱਗ ਰਹੀ ਹੈ। ਫਿਰ 20 ਤਰੀਕ ਦੀ ਸਾਡੀ ਜੀਰੀ ਬੜੀ ਪਈ ਹੈ। 20 ਤਰੀਕ ਦਾ ਇਹਨਾਂ ਨੂੰ ਪਤਾ ਵੀ ਇਹ ਖੇਤ ਵੱਡੇ ਪਏ ਨੇ 20 ਤਰੀਕ ਦੇ। ਅਗਰ ਗੱਲ ਕਰੀਏ ਹੋਰ ਵੀ ਸਾਰੇ ਲਗਭਗ ਜਿੱਥੇ ਤੱਕ ਆਪਣੀ ਨਿਗਾਹ ਜਾਂਦੀ, ਕਿਸਾਨ ਅੱਗ ਲਗਾ ਰਹੇ ਨੇ। ਕੀ ਕਾਰਨ ਆ ਕਿ ਤੁਹਾਡੇ ਗਵਾਂਢ ਦੇ ਵਿੱਚ ਬਾਇਓਗੈਸ ਪਲਾਂਟ ਆ ਤੇ ਤੁਹਾਨੂੰ ਫਿਰ ਵੀ ਮਜਬੂਰ ਹੋ ਕੇ ਅੱਗ ਲਾਉਣੀ ਪੈਂਦੀ ਆ? ਟਾਈਮ ਤੇ ਚੱਕਣ ਨਹੀਂ ਆ ਰਹੀ। ਜੇ ਟਾਈਮ ਤੇ ਚੱਕਣਾ ਨਾ ਅਸੀਂ ਕਿਉਂ ਅੱਗ ਲਵਾਵਾਂਗੇ? ਇਹ ਦੂਰ ਤੋਂ ਤਾਂ ਇਹ ਜਾ ਰਹੇ ਨੇ ਆਪਣਾ ਖਨੌਰੀ ਤੱਕ। ਇਹ ਜਿਵੇਂ ਆਪਣਾ 200 ਮੀਟਰ ਤੇ ਆ, ਇੱਥੋਂ ਆਪਣਾ ਚੱਕਣ ਨਹੀਂ ਆ ਰਹੇ। ਹਾਲੇ ਕਹਿੰਦੇ 2 ਦਿਨ ਖੜ ਜਾਓ। 2 ਦਿਨ ਖੜਨ ਤੇ ਤਾਂ ਫਿਰ ਸਾਡੀ ਫਸਲ ਵੀ ਲੇਟ ਹੁੰਦੀ ਜਾ ਰਹੀ ਹੈ। ਗੱਲ ਕਰੀਏ ਤਾਂ ਪਰਾਲੀ ਲਗਾਉਣ ਦੇ ਨਾਲ ਜ਼ਮੀਨ ਨੂੰ ਨੁਕਸਾਨ ਹੋ ਰਿਹਾ ਜਿਹੜਾ, ਉਹ ਤਾਂ ਜੀ ਹੁਣ ਹੋਊਗੀ। ਬਾਕੀ ਜਿਹੜੀ ਪਰਾਲੀ ਇਹ ਲੈ ਕੇ ਜਾਂਦੇ ਨੇ ਟਰਾਲੀਆਂ 'ਚ ਵਜਨ ਵੱਧ ਪਾਉਂਦੇ ਨੇ, ਬਾਣ ਦੀ ਵੀ ਪੱਟੀ ਮੇਸ ਹੁੰਦੀ ਹੈਗੀ। ਕਿਸ ਤਰੀਕੇ ਨਾਲ? ਇਹ ਆਪਣਾ ਇੱਕ ਟਰਾਲੀ 'ਚ 300 ਮਣ ਵਜਨ ਪਾ ਕੇ ਲੈ ਕੇ ਜਾਂਦੇ ਨੇ ਜੀ। ਅੱਛਾ ਜੀ। 5 ਕੁਆਂਟਲ ਦੀ ਗੱਠ ਦੱਸ ਰਹੇ ਨੇ ਜੀ। ਆਪਣਾ 22 ਗੱਠਾਂ ਧਰਦੇ ਨੇ ਟਰਾਲੀ 'ਚ। ਪੌਣੇ 300 ਵਜਨ ਇਹਨਾਂ ਦਾ ਹੋ ਗਿਆ। 25 ਕੁਆਂਟਲ ਦੀ ਇਹਨਾਂ ਦੀ ਟਰਾਲੀ ਹੋਣੀ। 300 ਆਪਣਾ ਮਣ ਹੋ ਗਿਆ ਜੀ। ਉਹਦੇ ਨਾਲ ਫਿਰ ਜ਼ਮੀਨ ਨੂੰ ਕੀ ਨੁਕਸਾਨ ਹੋਇਆ? ਉਹਨੂੰ ਜ਼ਮੀਨ ਨੂੰ ਹੀ ਦਬਸ਼ਟ ਕਰਦੀ ਹੈ ਜੀ। ਗਿੱਠ ਦਬਦੀ ਵਗੀ ਜਾਂਦੀ ਹੈਗੀ। ਜ਼ਮੀਨ ਜਿਹੜੀ ਗਿੱਲੀ ਹੈ ਉੱਥੇ ਟਰੈਟ ਗੜਦੇ ਨੇ। ਬਾਕੀ ਇਹ ਐ ਨਹੀਂ ਵੀ ਜਿੱਥੇ ਦੀ ਕਿਸਾਨ ਦਾ ਲੀਆ ਕਰਿਆ ਵੀ ਉੱਥੇ ਦੀ ਟਪਾਈਏ। ਇਹ ਜਿੱਥੇ ਦੀ ਜੀ ਕਰਦਾ ਉੱਥੇ ਦੀ। ਅਗਰ ਜ਼ਮੀਨ ਦਬ ਜਾਂਦੀ ਹੈ ਫਿਰ ਦਿੱਕਤ ਕੀ ਆਉਂਦੀ ਹੈ? ਉੱਥੇ ਕਣਕ ਹੀ ਨਹੀਂ ਆਪਣਾ ਜੰਮਦੀ ਢੰਗ ਸਿਰ ਨਾਲ। ਪਿਛਲੇ ਸਾਲ ਵੀ ਚਕਾਈ ਅਸੀਂ ਨੇ, ਜਿੱਥੇ ਦੀ ਇਹਨਾਂ ਦੀਆਂ ਟਰਾਲੀਆਂ ਟੱਪੀਆਂ ਨੇ, ਕਣਕ ਜਮਾ ਪੀਲੀ ਖੜੀ ਰਹੀ ਹੈ ਬਣਾ ਤੱਕ। ਉੱਥੇ ਅਗਲੀ ਫਸਲ ਨਹੀਂ ਹੁੰਦੀ ਨਹੀਂ, ਕਣਕ ਦੀ ਫਸਲ ਨਹੀਂ ਹੁੰਦੀ। ਠੀਕ ਹੈ, ਬਿਲਕੁਲ। ਭਾਜੀ ਤੁਹਾਡਾ ਕੀ ਨਾਮ ਹੈ ਜੀ? ਸੁੰਨੀ ਸਿੰਘ ਜੀ। ਕਿੰਨੀ ਫਸਲ ਹੈ ਤੁਹਾਡੀ? 12 ਕਿੱਲੇ। ਕਿਵੇਂ ਦੇਖਦੇ ਹੋ, ਤੁਹਾਡੇ ਗਵਾਂਢ ਦੇ ਵਿੱਚ, ਤੁਹਾਡੇ ਪਿੰਡ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਆ ਕੇ ਬਾਇਓਗੈਸ ਦਾ ਉਦਘਾਟਨ ਕੀਤਾ ਸੀ, ਪਰ ਤੁਸੀਂ ਖੇਤਾਂ 'ਚ ਅੱਗ ਲਗਾਉਣ ਦੇ ਲਈ ਮਜਬੂਰ ਹੋ, ਕੀ ਕਾਰਨ ਨੇ? ਟਾਈਮ ਸਿਰ ਚੱਕਦੇ ਨਹੀਂ, ਸਾਡੀ ਫਸਲ ਲੇਟ ਆਉਣ ਲੱਗ ਰਹੀ। ਸਾਡੀ ਮਜਬੂਰੀ ਹੈ, ਸਾਡਾ ਕਿਹੜਾ ਜੀ ਕਰਦਾ ਜੀ।
ਹੁਣ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਇਹਨਾਂ ਨਾਲ ਗੱਲਬਾਤ ਕੀਤੀ ਸੀ ਕਿਸੇ ਨਾਲ? ਬਸ ਫੋਨ ਤੇ ਹੀ ਗੱਲ ਹੋਈ ਹੈ ਜੀ ਸਾਡੀ ਤਾਂ ਜੀ, ਇਹ 2 ਦਿਨਾਂ ਨੂੰ 4 ਦਿਨਾਂ ਨੂੰ ਚੱਕ ਲਾਂਗੇ ਜੀ। हाँ जी, अभी तक जो हमारा कलेक्शन हो चुका है वो 11,000 टन हमने कलेक्ट कर लिया है, जो हमारा फंक्शन के बाद रहा है। 10,000 टन के आसपास हमने खुद की कलेक्शन है, जो हमने खुद की है अपनी मशीनों अपनी मैन पावर से जी। और जो हमारे 2 एग्रीगेटर्स हैं उनसे कलेक्शन अभी स्टार्ट हुआ है, वो अभी 1-2 दिन हुए हैं, तो उससे 1,000 टन हमारे को वो कलेक्शन हो चुका है। तो मतलब कि हमें 11,000 टन तक की पराली अभी हमने इकट्ठी कर रखी है, जिसमें एरिया जो कवर हो चुका है ऑलमोस्ट अराउंड 5,000 एकड़ एरिया अंदाज़ा कवर हो चुका है। सर आज के समय कितनी कैपेसिटी जो बायोगैस प्लांट चल रहे हैं? हाँ, आज के समय में हमारा जो 2 प्रोडक्ट्स हैं इसके प्लांट के, एक है गैस जिसे हम कहते हैं CBG कंप्रेस्ड बायोगैस, जो गैस हम आज की डेट में 8 टन 8,000 किलो एक दिन में बना रहे हैं। और जो हमारा दूसरा प्रोडक्ट है मैन्योर बायो मैन्योर, वो हम 150 से लेकर 200 टन पर डे बना रहे हैं। सर ਜਿਹੜੇ ਨੇੜੇ ਦੇ ਕਿਸਾਨ ਨੇ ਫੈਕਟਰੀ ਦੇ ਉਹਨਾਂ ਦਾ ਕਹਿਣਾ ਹੈਗਾ ਕਿ ਜਿਹੜੇ ਤੁਸੀਂ ਬਿਲਡਰ ਰਾਹੀਂ ਜਿਹੜਾ ਇਕੱਠਾ ਕਰਦੇ ਹੋ ਪਰਾਲੀ, ਤਾਂ ਛੋਟੇ ਕਿਸਾਨਾਂ ਦੀ ਨਹੀਂ ਕੀਤੀ ਜਾ ਰਹੀ, ਤਾਂ ਉਹ ਨਾਰਾਜ਼ ਹੋਣ ਦੇ ਚੱਲਦੇ ਜਿਹੜਾ ਸਬਲ ਬਰਮਿੰਗ ਦੇ केस भी लगातार बढ़ रहे हैं। हाँ जी, इसके अंदर क्या है कि जैसे जो भी किसान हमारे साथ जुड़े हैं, बेसिकली जो भी, जैसे हमारी खुद की एक ऐप है जिसके अंदर जो किसान हमसे जुड़ना चाहते हैं, ठीक है, हम उनके फार्म्स पे विज़िट करते हैं, उनको रजिस्टर करते हैं अपनी ऐप में, और उसके बाद उनसे हमारा डेट का टाई अप होता है और उस समय हम बेलिंग टेंडरिंग वगैरह सारी करते हैं। हमारा कोई भी ऐसा वो नहीं है कि हम किसी किसान को, कोई छोटा है या बड़ा, हमारे पास 1 एकड़ के भी फार्म है और 30 एकड़ के भी हैं और इससे बड़े भी हैं। तो ऐसा नहीं है कि हम अगर कोई छोटे किसी का एरिया 1 एकड़ का है तो हमारे पास 1 एकड़ वाला किसान भी है अवेलेबल। रजिस्टर होने के बाद कलेक्ट करने में कितना टाइम लगता है? रजिस्टर होने के बाद जैसे क्या है कि आपको पता है, जैसे सभी किसानों को जल्दी रहती है, ठीक है, तो वो जो टाइम रहता है ऑलमोस्ट 4 से 6 दिन या 7 दिन तक का रजिस्टर होने के बाद रहता है, क्योंकि सभी जगह क्या है हमारी टेंडरिंग, रेकिंग, बेलिंग सब प्रोसेस चल रहा होता है। क्योंकि ये जो पराली इकट्ठे करने का प्रोसेस है, ये जब पर्सन हमारे से रजिस्टर होता है उसके बाद 3 प्रोसेस होते हैं। एक होता है टेंडरिंग, ठीक है, एक होता है रेकिंग, एक होता है बेलिंग। ये प्रोसेस पूरा खुद फील्ड को शुरू से लेकर टेंडरिंग से लेकर बेलिंग तक 7 दिन का प्रोसेस है पूरा। तो जिस दिन रजिस्टर करेंगे आपको मान के चलो 4 से 6 दिन वो लगेंगे, उसके बाद सारा पूरा फील्ड खाली करने में 7 दिन लगेंगे। मॉइस्चर का भी कोई इशू होता है कि किसान के खेत में अगर मॉइस्चर कम या ज़्यादा हो तो पराली नहीं उठाई जाएगी? जो मॉइस्चर अगर किसान के खेत में अगर ज़्यादा होता है तो जैसे मैंने आपको बताया, हमारे पास मशीन है टेंडरिंग मशीन, जिसे हम टेंडरिंग मशीन कहते हैं। उस मशीन का पर्पस ये होता है कि जो पराली जो है उसका मॉइस्चर, जो नीचे पराली गिल्ली है वो पराली को पलट देता है, और पराली को जब पलट देता है तो नीचे वाली जो लेयर गिल्ली है वो ऊपर आ जाती है और वो धूप में सूखने के कारण ड्राई हो जाती है। तो किसान को इसकी कोई टेंशन नहीं रहती है, वो उसको सुखाने का काम हमारी मशीन खुद करती है। उसके बाद कितने दिनों बाद उठाते हैं? मान लो आज आपने पलट दिया, हाँ, तो उसको वो डिपेंड करता है वो माल कितना, मटेरियल जो है गिला कितना है। अगर मटेरियल 50% तक गिला है तो 2 दिन भी लग जाते हैं। अगर मटेरियल गिला है कम 35-40% है, 35% तक उसका मॉइस्चर अगर आ रहा है तो वो 1 दिन तो कम से कम लगता है, कम से कम। सर किसानों के पास ना समय थोड़ा होता है, मान के हाँ चलो 10 दिन का समय होता है पराली उठाने का और गेहूं की फसल बीजने का। हाँ जी, तो इस प्रोसीजर में लगता नहीं कि आपके नज़दीक भी थोड़ी स्ट्रगल बर्निंग हो रही है? किसानों के पास वेट करने का समय नहीं है? किसानों के पास जी हम मानते हैं कि वेट का जो एक इशू है, लेकिन आप मान के चलिए कि ये जो मशीनरी है, जो हमारा प्रोसेस है, क्योंकि हमें जो पराली इकट्ठी करने के बाद कंज्यूम भी करनी है, तो उसको कंज्यूम करने के लिए जो हमारे क्वालिटी के मापदंड है, उसके अंदर जैसे मॉइस्चर मापदंड है हमारा, वो सही होना चाहिए, ठीक है। अगर वो मॉइस्चर का मापदंड सही नहीं होगा और हम इकट्ठी करेंगे तो हमारी मशीनें जो बेल बनाती हैं वो भी चोक होती हैं, और जहाँ पे हम पराली को कंज्यूम करेंगे वहाँ पे भी चोकिंग का दिक्कत रहती है। तो ये थोड़ा एक ऐसी सिचुएशन है कि जिसको थोड़ा डिफ़िकल्ट है, लेकिन हम इसीलिए हमने मशीनें भी सभी ली हैं अपनी, जिसमें मॉइस्चर भी कम हो, सब कुछ कम हो, ताकि किसान को ये ना हो कि खेत उसका थोड़ा गीला है तो हम ना ही उठाएंगे, ऐसा वो है। जो मुनियारे कितने फार्मर रजिस्टर्ड हुए हैं और कितने पेंडिंग है अभी? हमारे पास अंदाज़ा 1800 से 2000 फार्मर्स रजिस्टर्ड हो चुके हैं सारे, और कोई अगर रजिस्टर करना चाहता है तो वो प्रोसेस है। अभी हमारे पास 1800 से 2000 जो हैं रजिस्टर्ड है। जो रजिस्टर्ड है इनकी खेतों से उठा ली गई है? इनकी खेतों से भी प्रोसेस में है जी,
तो अभी भी हमारे लगातार हमारे खुद के कंपनी के खुद के वर्बियो के 13 बेलर्स हैं जो लगातार कॉन्टीन्यूटी में चल रहे हैं, जो डेली अपना बेलिंग करते हैं। लास्ट क्वेश्चन है मेरा कि जो रजिस्ट्रेशन का आपका है प्रोसेस, इसके लिए आप कैंप वगैरह लगाते हैं या खुद फार्मर्स को मिलते हैं, और दूसरा कि एवरी ईयर रजिस्ट्रेशन करनी पड़ेगी या वन टाइम हो गया तो दोबारा जरूरत नहीं है? वन टाइम रजिस्ट्रेशन हो गया तो वो दोबारा ज़रूरत नहीं पड़ती, क्योंकि वो हमारी ऐप पर हम उसके बाद जैसे सपोज़ किसी फार्मर ने हमारे साथ रजिस्टर कर दिया मान लो इस बारी, तो हम उनको जाएंगे और इकट्ठा करेंगे। अगले साल भी हम फिर दोबारा जब इकट्ठी करनी है पराली, तब हम उनसे खुद कांटेक्ट करते हैं कि आप हमारे साथ रजिस्टर्ड हो, आपका एरिया हम इकट्ठा मतलब पराली इकट्ठी करना चाहते हैं, तो उनको कुछ दोबारा हमें अप्रोच नहीं करना पड़ेगा ताकि उनको कोई दिक्कत ना आए। इस वेले ਜ਼ਿਲ੍ਹਾ ਸੰਗਰੂਰ ਦੀ ਗੱਲ ਕਰੀਏ, ਇਸ ਵੇਲੇ ਕੇਸ ਕੋਈ ਨਹੀਂ ਕੀਤਾ ਗਿਆ ਹੈ ਕਿਸੇ ਵੀ ਕਿਸਾਨ ਦੇ ਉੱਤੇ। ਪੰਜਾਬ ਸਰਕਾਰ ਦੀ ਜਿਹੜੀ ਹਿਦਾਇਤਾਂ ਹੈਗੀ ਆ ਰਿਗਾਰਡਿੰਗ ਕਿਸ ਤਰ੍ਹਾਂ ਕਰਨਾ ਹੈ, ਉਹ ਸਾਰੀ ਇਸ ਵੇਲੇ ਫੋਲੋ ਹੋ ਰਹੀ ਹੈ। ਅਵੇਅਰਨੈਸ ਕੈਂਪਸ ਲਾਏ ਜਾ ਰਹੇ, ਟੀਮਾਂ ਬਣਾਤੀਆਂ ਗਈਆਂ ਹੈਗੀਆਂ, ਜਿਹੜੀ ਸੁਪਰ ਸੀਡਰ ਬੇਲਰਸ ਤੇ ਹੋਰ ਮਸ਼ੀਨਾਂ ਇਹਨੂੰ ਪਰਾਲੀ ਨੂੰ ਸਾਂਭਣ ਵਾਸਤੇ ਚਾਹੀਦੀਆਂ ਹੈਗੀਆਂ, ਉਹ ਵੀ ਮੁਹੱਈਆ ਕਰਾਈ ਗਈਆਂ। ਸਾਰੇ ਪੰਚਾਇਤਾਂ ਰਾਹੀਂ, ਕੋਆਪਰੇਟਿਵ ਸੁਸਾਇਟੀਜ਼ ਰਾਹੀਂ ਕਮੇਟੀਆਂ ਬਣਾ ਕੇ ਪਿੰਡਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਪਰਾਲੀ ਨੂੰ ਅੱਗ ਨਾ ਲਾਓ। ਥੋੜ੍ਹਾ ਜਿਹਾ ਇਜ਼ਾਫਾ ਪਿਛਲੇ ਸਾਲ ਨਾਲੋਂ ਹੋਇਆ ਹੈ, ਪਰ ਇਹਦੇ ਵਿੱਚ ਜਿਹੜੀ ਮੁੱਢਲੀ ਗੱਲ ਹੈ ਉਹ ਇਹ ਹੈ ਕਿ ਇਸ ਤਰੀਕ ਤੱਕ ਅੱਜ ਤੱਕ ਆਪਣਾ ਲਗਭਗ 70 ਤੋਂ 72% ਏਰੀਆ ਜਿਹੜਾ ਹੈਗਾ ਉਹ ਹਾਰਵੈਸਟ ਹੋ ਚੁੱਕਿਆ ਹੈ, ਅਤੇ ਪਲੱਸ ਏਰੀਆ ਜਿਹੜਾ ਹੈਗਾ ਉਹਦੇ ਵਿੱਚ ਅੰਡਰ ਸਟਬਲ ਬਰਨਿੰਗ ਉਹਦੇ ਵਿੱਚ ਬੜੋਤਰੀ ਨਹੀਂ ਹੈ, ਜਦਕਿ ਸਾਡਾ ਏਰੀਆ ਜਿਹੜਾ ਹੈ ਉਹ ਜ਼ਿਆਦਾ ਘੱਟ ਚੁੱਕਾ ਹੈ। ਅਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ, ਸਾਰੇ ਕਿਸਾਨਾਂ ਨੂੰ, ਕਿ ਉਹ ਪਰਾਲੀ ਨੂੰ ਅੱਗ ਨਾ ਲਾਉਣ ਅਤੇ ਜਿਹੜੀ ਸਰਕਾਰ ਵੱਲੋਂ ਜਿਹੜੀ ਮਸ਼ੀਨਰੀ ਦਿੱਤੀ ਗਈ ਹੈ ਉਹਨੂੰ ਵਰਤਣ। ਜੇਕਰ ਕਿਸੇ ਕਿਸਾਨ ਨੇ ਅੱਗ ਲਗਾਈ ਪਰਾਲੀ ਨੂੰ, ਉਹਦੇ ਉੱਪਰ ਕੋਈ ਕਾਰਵਾਈ ਹੋਏਗੀ? ਜੀ, ਐਜ਼ ਆਫ ਨਾਓ ਸਰਕਾਰ ਵੱਲੋਂ ਜਿਹੜੀ ਹਦਾਇਤਾਂ ਹੈਗੀਆਂ ਉਹਦੇ ਹਿਸਾਬ ਨਾਲ ਹੀ ਕੰਮ ਕਰ ਰਹੇ, ਕੋਈ FIR ਉਹਦੇ 'ਤੇ ਰਜਿਸਟਰ ਨਹੀਂ। ਇਸ ਵਾਰੀ ਅਸੀਂ CRM ਸਕੀਮ ਜੋ ਜਿਹੜੀ ਚੱਲਦੀ ਹੈ ਉਹਦੇ 'ਚ ਅਸੀਂ 2647 ਜੋ ਮਸ਼ੀਨਰੀ ਰਿਲੇਟਡ ਹੈ ਸਬ ਟਰਬਲ ਬਰਨਿੰਗ ਨਾਲ, ਜਿਸ ਵਿੱਚ ਸੁਪਰ ਸੀਡਰ, ਮਲਚਰ, ਬੇਲਰ, ਜ਼ੀਰੋ ਟਿਲ ਡਰਿਲ, ਉਹ ਸਾਰੇ ਸੰਦ ਨੇ ਜੋ ਅਸੀਂ ਸੈਂਕਸ਼ਨ ਕੀਏ ਅਤੇ ਉਹਦੇ ਵਿੱਚੋਂ 1400 ਦੇ ਕਰੀਬ ਜਿਹੜੀ ਮਸ਼ੀਨਰੀ ਹੈ ਉਸ ਕਿਸਾਨਾਂ ਨੇ ਖਰੀਦ ਲਈ ਹੈ। ਬਾਕੀ ਵੀ ਉਹਨਾਂ ਦੀ ਜਿਨ੍ਹਾਂ ਦੀ ਡੇਟ ਐਕਸਪਾਇਰ ਹੋ ਰਹੀ, ਸਮਾਂ ਜਿਹੜਾ ਖਤਮ ਹੋ ਰਿਹਾ ਹੈ, ਉਹ ਅਸੀਂ 1 ਤਰੀਕ ਨੂੰ ਫਿਰ ਸੈਂਕਸ਼ਨ ਅੱਗੇ ਵੇਟਿੰਗ ਲਿਸਟ ਹੈ ਜਿਹੜੀ ਸੁਪਰ ਸੀਡਰ ਦੀ ਚੱਕ ਕੇ ਉਹ ਅੱਗੇ ਦੇ ਦਿਆਂਗੇ, ਕਿਉਂਕਿ ਪਹਿਲਾਂ ਸਰਕਾਰ ਤੋਂ ਜਿਹੜਾ ਸਮਾਂ ਅਸੀਂ 28 ਦਿਨ ਰੱਖਤਾ, ਉਹਨਾਂ ਨੇ ਫਿਰ 14 ਦਿਨ ਕਰਤਾ। ਉਹਦੇ ਕਾਰਨ ਜਿਹੜਾ ਕਿਸਾਨ ਨੂੰ ਖਰੀਦਣ ਦਾ ਸਮਾਂ ਜ਼ਿਆਦਾ ਮਿਲ ਗਿਆ, ਉਹਦੇ ਕਰਕੇ ਅਸੀਂ ਲੇਟ ਹੋ ਗਏ ਜਿਹੜੇ ਅੱਗੇ ਸੈਂਕਸ਼ਨਾਂ ਮਤਲਬ ਵਧਾਉਣੀਆਂ ਸੀਗੀਆਂ। ਜੇ ਸਮਾਂ 1 ਹਫ਼ਤੇ ਦਾ ਹੁੰਦਾ ਤਾਂ ਹੁਣ ਨੂੰ ਤਕਰੀਬਨ ਸਾਡੀ ਕੰਪਲੀਟ ਹੋ ਜਾਂਦੀ ਮਸ਼ੀਨਰੀ, ਕਿਸਾਨਾਂ ਨੂੰ ਅਸੀਂ ਦੇ ਚੁੱਕੇ ਹੁੰਦੇ। ਸਰ, ਕਾਰਵਾਈ ਨੂੰ ਕਿਵੇਂ ਦੇਖਦੇ? ਤੁਹਾਡੇ ਤੇ ਕਾਰਵਾਈ ਹੋਈ ਹੈ ਕਿ ਪਰਾਲੀ ਦੇ ਰੋਕਣ ਦੇ ਵਿੱਚ ਤੁਸੀਂ ਨਾਕਾਮ ਰਹੇ ਹੋ, ਤੁਹਾਡਾ ਵਿਭਾਗ ਤੁਹਾਨੂੰ ਸਸਪੈਂਡ ਕਰ ਦਿੱਤਾ? ਨਹੀਂ, ਨਾਕਾਮ ਨਹੀਂ ਰਹੇ। ਪਿਛਲੇ ਸਾਲ ਦੇ ਮੁਕਾਬਲੇ ਜਿਹੜੀ ਹੈ ਅੱਗ ਦੇ ਪਿਛਲੇ ਸਾਲ ਸੀਗੇ 8000 ਦੇ ਕਰੀਬ ਸੰਗਰੂਰ ਜ਼ਿਲ੍ਹੇ ਦੇ ਵਿੱਚ ਸਪੋਟ ਸੀਗੇ। ਐਤਕੀ ਮਤਲਬ ਹੋ ਸਕਦਾ ਵੀ 50% ਘੱਟ ਜਾਣ, ਕਿਉਂਕਿ ਅਜੇ ਤੱਕ 1376 ਸਪੋਟ ਨੇ ਜਿਹੜੇ ਆਇਡੈਂਟੀਫਾਈ ਹੋਏ ਨੇ, ਅਤੇ 5-4 ਦਿਨ ਦੀ ਹੁਣ ਖੇਡ ਸਾਰੀ ਰਹਿੰਦੀ ਹੈ ਇਹ ਅੱਗ ਲੱਗਣ ਦੀ, ਜਾਂ ਜੋ ਵੀ ਕਟਾਈ ਦੀ ਹੈ 70% ਦੇ ਕਰੀਬ ਜਿਹੜੀ ਕਟਾਈ ਹੈ ਉਹ ਝੋਨੇ ਦੀ ਹੋ ਚੁੱਕੀ ਹੈ। ਅਤੇ ਮੈਂ ਤਾਂ ਇਹ ਕਹਿਣਾ ਵੀ ਪਿਛਲੇ ਸਾਲ ਦੇ ਮੁਕਾਬਲੇ ਅਸੀਂ ਜ਼ਰੂਰ ਘਟਾਵਾਂਗੇ ਇਸ ਚੀਜ਼ ਨੂੰ, ਔਰ ਕਾਰਵਾਈ ਹੈ ਜਿੱਥੋਂ ਤੱਕ ਸੰਬੰਧ ਹੈ ਵੀ ਜੋ ਐਗਰੀਕਲਚਰ ਨਾਲ ਸੰਬੰਧਿਤ ਜੋ ਵੀ ਐਕਟੀਵਿਟੀਜ਼ ਸੀਗੀਆਂ ਉਹ ਅਸੀਂ ਬਕਾਇਦਾ ਸਾਰੀਆਂ ਪਰਫੋਰਮ ਕੀਤੀਆਂ ਨੇ। ਕੈਂਪ ਸੀ ਜਿਹੜੇ ਉਹ ਵੀ ਟਾਰਗੇਟ ਤੋਂ ਜ਼ਿਆਦਾ ਲਗਾਏ ਨੇ। ਜੋ ਵੀ ਕੰਮ ਸਾਨੂੰ ਦਿੱਤਾ ਗਿਆ ਸੀ ਉਹ ਪ੍ਰੋਪਰਲੀ, ਮਤਲਬ ਮੈਂ ਇਹ ਕਹਿ ਸਕਦਾ ਵੀ ਅਸੀਂ ਉੱਪਰਲੇ ਜੋ ਵਧੀਆ ਕੰਮ ਕਰਨ ਵਾਲੇ ਜ਼ਿਲ੍ਹਿਆਂ ਦੇ ਵਿੱਚੋਂ ਹੋਵਾਂਗੇ। ਹਾਲਾਂਕਿ ਸਾਡੇ ਕੋਲ ਲਿਮਟਿਡ ਸਟਾਫ ਹੈ, ਇੱਕ ADO ਹਰੇਕ ਬਲਾਕ ਦੇ ਵਿੱਚ ਹੈ। ਲਹਿਰੇ ਅਤੇ ਮੂਨਕ ਦੇ ਵਿੱਚ ਕੋਈ ਵੀ ADO ਹੈ ਨਹੀਂ ਗਾ। ਮਤਲਬ ਇੰਨੇ ਥੋੜ੍ਹੇ ਸਟਾਫ ਦੇ ਨਾਲ ਵੀ ਅਸੀਂ ਮਤਲਬ 185 ਕੈਂਪ ਲਾਉਣੇ ਸੀ ਟੋਟਲ, ਪਰ ਅਸੀਂ 300+ ਕੈਂਪ ਲਾਏ ਹੈ। ਪਤਾ ਨਹੀਂ ਇਹ ਸਰਕਾਰ ਦਾ, ਚਲੋ ਜਿਵੇਂ ਉਹਨਾਂ ਨੂੰ ਚੰਗਾ ਲੱਗਦਾ ਉਹ ਉਹਨਾਂ ਨੇ ਆਪਦਾ ਕੀਤਾ। ਕਿ ਖੇਤੀਬਾੜੀ ਮਹਿਕਮੇ ਦਾ ਕੰਮ ਕਿਸਾਨਾਂ ਨੂੰ ਖੇਤਾਂ ਦੇ ਵਿੱਚ ਜਾ ਕੇ ਅਗਰ ਪਰਾਲੀ ਨੂੰ ਅੱਗ ਲਾਉਂਦਾ ਤਾਂ ਉਹਨਾਂ ਦੇ ਉੱਪਰ ਕਾਰਵਾਈ ਕਰਨਾ ਜਾਂ ਫੜਨਾ, ਉਹ ਕੰਮ ਤੁਹਾਡਾ? ਨਹੀਂ, ਸਾਡਾ ਉਹਦੇ ਨਾਲ ਕੋਈ ਕੰਮ, ਉਹਦੇ ਨਾਲ ਉਹ ਨਹੀਂ। ਸਾਡਾ ਕੰਮ ਹੈ ਪ੍ਰੋਡਕਸ਼ਨ ਨਾਲ ਰਿਲੇਟਡ। ਅਸੀਂ ਪੈਦਾਵਾਰ ਵਧਾਉਣ ਦੇ ਲਈ ਜੋ ਵੀ ਯੂਨੀਵਰਸਿਟੀ ਤੋਂ ਗਾਈਡਲਾਈਨਜ਼ ਸਾਨੂੰ ਮਿਲਦੀ ਹੈ ਜਾਂ ਸਿਫਾਰਿਸ਼ਾਂ ਯੂਨੀਵਰਸਿਟੀ ਕਰਦੀ ਹੈ, ਉਹ ਕਿਸਾਨਾਂ ਤੱਕ ਲੈ ਕੇ ਜਾਣੀਆਂ ਨੇ। ਸਟਬਲ ਬਰਨਿੰਗ ਦੀ ਜੋ ਕੀ ਨੁਕਸਾਨ ਨੇ, ਕੀ ਨਾ ਅੱਗ ਲਾਉਣ ਦੇ ਫਾਇਦੇ ਨੇ, ਉਹਦੇ ਬਾਰੇ ਜਾਗਰੂਕ ਕਰਨਾ। ਅੱਗ ਨਾ ਲਾਉਣ ਲੋਕ, ਉਹ ਮਤਲਬ ਕਿਸਾਨ ਹੈ ਨਹੀਂ। ਕਾਰਵਾਈ ਪ੍ਰਸ਼ਾਸਨ ਦੁਆਰਾ ਹੁੰਦੀ ਹੈ। ਉਹ DC ਸਾਹਿਬ, SDM ਸਾਹਿਬ, ਜੋ ਟੀਮਾਂ ਬਣਾਈਆਂ ਜਾਂਦੀਆਂ ਨੇ ਉਹਨਾਂ ਦੇ ਦੁਆਰਾ, ਉਹ ਹਾਂ, ਜਾਂ ਪੋਲਿਊਸ਼ਨ ਕੰਟਰੋਲ ਬੋਰਡ ਹੈ ਉਹ ਕਰਦਾ ਹੈ ਇਹਦੇ ਵਿੱਚ ਕਾਰਵਾਈ। ਸਾਡਾ ਤਾਂ ਮੇਨਲੀ ਤਾਂ ਅਸੀਂ ਤਾਂ ਕਿਸਾਨ ਨੂੰ ਗਾਈਡ ਕਰਨਾ ਵੀ ਤੁਸੀਂ ਫਸਲਾਂ ਤੋਂ ਵੱਧ ਤੋਂ ਵੱਧ ਝਾੜ ਕਿਵੇਂ ਲੈਣਾ, ਚਾਹੇ ਅੱਗ ਦੇ ਪ੍ਰਤੀ ਇਹ ਵੀ ਤੁਸੀਂ ਇਹਦੇ ਕੀ ਨੁਕਸਾਨ ਨੇ, ਕੀ ਫਾਇਦੇ ਨੇ, ਉਹਦੇ ਬਾਰੇ
ਜਾਣਕਾਰੀ ਦੇਣਾ ਉਹ ਅਸੀਂ ਬਖੂਬੀ ਦਿੱਤੀ ਹੈ। ਪਿਛਲੇ ਸਾਲਾਂ ਦੇ ਵਿੱਚ ਵੀ ਦਿੰਦੇ ਹਾਂ, ਐਤਕੀ ਵੀ ਦਿੱਤੀ ਹੈ। ਇਹ ਜਿਹੜੀ ਕਾਰਵਾਈ ਹੈ ਸਰਕਾਰ ਦੀ ਉਹ ਉਹਨਾਂ ਨੂੰ ਪਤਾ ਹੈ ਵੀ ਉਹਨਾਂ ਨੇ ਕਿਉਂ ਕਿੰਨੀ ਇਸ ਵਾਰ ਮਸ਼ੀਨਰੀ ਜਿਹੜੀ ਜ਼ਿਆਦਾ ਦਿੱਤੀ ਗਈ ਹੈ, ਪਿਛਲੇ ਸਾਲ ਕਿੰਨੀ? ਪਿਛਲੇ ਸਾਲ ਮਸ਼ੀਨਰੀ ਪਹਿਲਾਂ ਸਾਡੇ ਕੋਲ 4000 ਮਤਲਬ 19-20 ਤੋਂ ਲੈ ਕੇ 19-20-21 ਅਤੇ 18-19 ਦੇ ਵਿੱਚ 3 ਸਾਲ ਦੇ ਜਦੋਂ ਸਾਡੇ ਕੋਲ ਮਸ਼ੀਨਰੀ ਸੀ 4000 ਦੇ ਕਰੀਬ ਸੀਗੀ। ਐਤਕੀ ਅਸੀਂ ਇਸ ਸਾਲ ਹੀ 2600 ਦੇ ਕਰੀਬ ਅਸੀਂ ਸੈਂਕਸ਼ਨਾਂ ਦਿੱਤੀਆਂ ਨੇ ਜਿਹੜੀਆਂ ਮਸ਼ੀਨਰੀ ਅਸੀਂ ਮਤਲਬ ਕਿਸਾਨਾਂ ਨੂੰ ਦਿੱਤੀ ਹੈ, ਜਿਹਦੇ 'ਚੋਂ 1400 ਖਰੀਦ ਵੀ ਕਰ ਲਈ ਹੈ ਕਿਸਾਨਾਂ ਨੇ। ਬਿਲਕੁਲ ਸਾਡੇ ਨਾਲ ਕਿਸਾਨ ਨੇਤਾ ਵੀ ਮੌਜੂਦ ਨੇ ਜਿਨ੍ਹਾਂ ਤੋਂ ਅਸੀਂ ਜਾਣਕਾਰੀ ਲੈਂਦੇ ਹਾਂ ਕਿ ਤੁਸੀਂ ਲੰਮਾ ਸਮਾਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਗਰੂਰ ਦੇ ਵਿੱਚ ਸੀਐਮ ਦੇ ਘਰ ਦੇ ਅੱਗੇ ਸੰਘਰਸ਼ ਕੀਤਾ। ਕੀ ਕਾਰਨ ਨੇ ਭਾਜੀ? ਕੀ ਨਾਮ ਆ ਤੁਹਾਡਾ ਜੀ? ਗੋਬਿੰਦ ਸਿੰਘ ਪੰਧੇਰ ਜੀ। ਕਿਹੜੀ ਯੂਨੀਅਨ ਨਾਲੋਂ? ਉਗਰਾਹਾਂ ਜਿੱਥੇ ਹੁੰਦੀ। ਕਿਵੇਂ ਦੇਖਦੇ ਹੋ ਤੁਹਾਡੇ ਪਿੰਡ ਦੇ ਵਿੱਚ ਬਾਇਓਗੈਸ ਪਲਾਂਟ ਆ, ਏਸ਼ੀਆ ਦਾ ਸਭ ਤੋਂ ਵੱਡਾ ਬਾਇਓਗੈਸ ਪਲਾਂਟ ਕਿਹਾ ਗਿਆ, ਪਰ ਫਿਰ ਵੀ ਤੁਸੀਂ ਅੱਗ ਲਾਉਣ ਦੇ ਲਈ ਮਜਬੂਰ ਹੋ ਰਹੇ ਹੋ, ਕੀ ਕਾਰਨ ਹੈ? ਪਲਾਂਟ ਦਾ ਵੀਰ ਜੀ ਹਲੇ 50% ਚੱਲੇ। ਇਹਨਾਂ ਨੇ ਉਦਘਾਟਨ ਐਂ ਕਰਤਾ ਜਿਵੇਂ ਏਸ਼ੀਆ ਦਾ ਇਹ ਸਭ ਤੋਂ ਵੱਡਾ ਪਲਾਂਟ ਸਮਝ, ਇਹ ਤਾਂ ਮੰਨ ਲਿਆ ਵੀ ਸਭ ਤੋਂ ਵੱਡਾ ਹੈ, ਪਰ ਚੱਲੀ ਨਹੀਂ। ਜਦੋਂ ਪੂਰਾ ਪਲਾਂਟ ਹੀ ਨਹੀਂ ਚੱਲਿਆ ਫਿਰ ਇਹ ਕਿੱਥੋਂ ਇਹਦੀ ਸਰਵਿਸ ਹੈ ਜਿਹੜੀ ਉਹ ਮਿਲ ਜੂਗੀ ਲੋਕਾਂ ਨੂੰ? ਇਹ ਤਾਂ ਸਿਰਫ ਪੋਲੀਟਿਕਸ ਹੀ ਖੇਡੀ ਇਹਨਾਂ ਨੇ ਇੱਕ। ਕਮ ਸੇ ਕਮ ਇਹਦਾ ਪਹਿਲਾਂ ਅਸੀਂ ਤਾਂ ਪਤਾ ਕਰ ਲਓ ਵੀ ਚੱਲਦਾ ਵੀ ਹੈ ਪੂਰਾ ਪਲਾਂਟ। ਤੁਹਾਨੂੰ ਵੀ ਪਤਾ ਕਰਿਆ ਹੋਣਾ ਵੀ ਚੱਲਦਾ ਪੂਰਾ ਪਲਾਂਟ। ਗੱਲ ਕਰੀਏ ਉਹ ਤਾਂ ਕਹਿੰਦੇ ਨੇ ਕਿ ਅਸੀਂ ਚੱਕ ਰਹੇ ਹਾਂ ਲੋਕਾਂ ਦੇ ਖੇਤਾਂ ਦੇ ਵਿੱਚੋਂ, ਤੁਹਾਡੇ ਨਜ਼ਦੀਕ ਕਿਉਂ ਨਹੀਂ ਆ ਕੇ ਚੱਕ ਕੇ ਲੈ ਕੇ ਗਏ? ਆਹ ਦੇਖੋ ਜੀ ਤੁਹਾਡੇ ਨੇੜੇ ਹੀ ਹੈ, ਜੇ ਚੱਕੀ ਹੁੰਦੀ ਫਿਰ ਅੱਗ ਕਿਉਂ ਲਾਉਂਦੇ? ਹੁਣ ਆਹ ਦੇਖ ਲਓ ਵੀ ਇਹਨੇ ਸਾਰੀ 10 ਦਿਨ ਹੋਏ ਨੇ, ਸਾਡੀ ਮਾਂ ਨੇ ਇਹਨਾਂ ਨੇ ਦਾਣੇ ਦਿੱਤੇ ਨੇ ਸਾਨੂੰ, ਸਾਡੀ ਸਾਲ ਭਰ ਦੀ ਰੋਜੀ ਹੈ, ਉਸੇ ਮਾਂ ਦੀ ਛਾਤੀ 'ਤੇ ਅਸੀਂ ਅੱਗ ਲਾਈ ਬੈਠੇ ਹਾਂ। ਗੱਲ ਕਰੀਏ ਮਜਬੂਰੀਆਂ, ਜੇ ਆਪਾਂ ਗੱਲ ਕਰੀਏ ਤਾਂ ਤੁਹਾਡੇ ਸਭ ਤੋਂ ਵੱਡਾ ਪਹਿਲੇ ਤਾਂ ਪੋਲਿਊਸ਼ਨ ਹੋ ਰਿਹਾ, ਦੂਜਾ ਜ਼ਮੀਨ ਦਾ ਵੀ ਨੁਕਸਾਨ ਆ। ਕੋਈ ਹੋਰ ਰਾਹ ਹੈ, ਕੋਈ ਹੋਰ ਹੱਲ ਹੈ ਕਿਸਾਨ ਦੇ ਲਈ ਕਿ ਪਰਾਲੀ ਨੂੰ ਅੱਗ ਲਗਾਉਣੀ ਨਾ ਪਵੇ? ਹੋਰ ਹੱਲ ਸਰਕਾਰ ਦੇਵੇ ਜੀ। ਫਿਰ ਇਹ ਤਾਂ ਜ਼ਿਮੀਂਦਾਰ ਤਾਂ ਕੋਲ ਕੋਈ ਹੱਲ ਨਹੀਂ ਹੈਗਾ। ਚਲੋ ਮੰਨਦੇ ਹਾਂ ਵੱਡਿਆਂ ਕੋਲ ਹੱਲ ਵੀ ਹੋ ਜਾਊਗਾ। ਜਿਹੜਾ ਕੋਈ 10-20 ਕਿੱਲੇ ਵਾਲਾ ਜ਼ਿਮੀਂਦਾਰ ਹੈ ਉਹ ਵੀ ਕੋਈ ਵੱਡਾ 3 ਸਪੀਡ ਦਾ ਜਿਹੜਾ ਟਰੈਕਟਰ ਲੈ ਲੂਗਾ। ਜਿਹੜਾ ਨੋਰਮਲ ਜ਼ਿਮੀਂਦਾਰ ਆ ਗਿਆ 5 ਕਿੱਲਿਆਂ ਵਾਲਾ, 3 ਕਿੱਲਿਆਂ ਵਾਲਾ, 2 ਕਿੱਲਿਆਂ ਵਾਲਾ, ਉਹ ਕੀ ਖਰੀਦੂਗਾ? ਉਹਦਾ ਗਲ ਫਰਾਇਆ ਲਊਗਾ। ਇਹਦੇ ਉੱਪਰ ਤਾਂ ਕੋਈ ਚਾਂਸ ਨਹੀਂ ਬਚਿਆ। ਉਹਦੇ ਕੋਲ 9 ਲੱਖ ਦਾ ਟਰੈਕਟਰ ਹੈ, 4 ਲੱਖ ਦਾ ਇਹ ਹੈਪੀ ਸੀਡਰ ਜਾ ਹੋ ਗਿਆ। ਹੁਣ 13 ਲੱਖ ਰੁਪਈਆ ਕਿੱਥੋਂ ਲਾਊਗਾ ਛੋਟਾ ਜ਼ਿਮੀਂਦਾਰ? 13 ਲੱਖ ਤਾਂ ਸਰਕਾਰੀ ਕਿੱਲੇ ਦੀ ਰਜਿਸਟਰੀ ਹੁੰਦੀ ਹੈ, ਸਰਕਾਰੀ ਰੇਟ ਹੈ ਤਾਂ ਜ਼ਮੀਨ ਦਾ। ਇਹਦੇ ਨਾਲ ਤਾਂ ਅਗਲਾ ਜ਼ਮੀਨ ਹੀ ਦੇ ਦੂਗਾ ਪਰਾਂ ਵੀ ਫਾਹਾ ਬੜੇ। ਤਸਵੀਰਾਂ ਤੁਹਾਨੂੰ ਭਟਾਲ ਕਲਾਂ ਦੀਆਂ ਦਿਖਾ ਰਹੇ ਹਾਂ। ਸਾਨੇ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ ਹੈ। ਕਿਸਾਨਾਂ ਨੇ ਕਿਹਾ ਕਿ ਚਾਹੇ ਸਾਡੇ ਪਿੰਡ ਦੇ ਵਿੱਚ ਬਾਇਓਗੈਸ ਪਲਾਂਟ ਆ, ਪਰ ਸਾਡੇ ਖੇਤਾਂ ਦੇ ਵਿੱਚੋਂ ਪਰਾਲੀ ਨਹੀਂ ਚੱਕੀ ਜਾ ਰਹੀ। ਕਿਸਾਨਾਂ ਨੂੰ ਲਗਾਤਾਰ ਅੱਗ ਲਗਾਉਣੀ ਪੈ ਰਹੀ ਹੈ। ਬਾਕੀ ਦੇਖਣਾ ਇਹ ਹੋਵੇਗਾ ਕਿ ਕਦੋਂ ਜਾ ਕੇ ਕਿਸਾਨਾਂ ਦੇ ਖੇਤਾਂ ਦੇ ਵਿੱਚੋਂ ਇਹ ਜਿਹੜੀ ਪਰਾਲੀ ਹੈ ਚੱਕਣੀ ਸ਼ੁਰੂ ਹੋਊਗੀ, ਜਾਂ ਕਦੋਂ ਪਰਾਲੀ ਦਾ ਪੱਕਾ ਹੱਲ ਸਰਕਾਰ ਜਾਂ ਕੰਪਨੀ ਵਾਲਿਆਂ ਦੇ ਵੱਲੋਂ ਕੀਤਾ ਜਾਵੇਗਾ। ਚਰਨਜੀਤ ਕੌਸ਼ਲ, ਸੰਗਰੂਰ ਤੋਂ, ਨਿਊਜ਼ 18 ਪੰਜਾਬ।